ਕਿਵੇਂ ਦੋਸਤੋ, ਕੀ ਹਾਲ ਚਾਲ? ਅੱਜ ਦੀ ਵੀਡੀਓ ਦਾ ਆਪਣਾ ਟੌਪਿਕ ਹੋਣ ਵਾਲਾ ਕਿ ਕੈਨੇਡਾ ਦੇ ਵਿੱਚ ਜੰਮਿਆ ਬੇਬੀ ਤੁਹਾਡਾ ਜਿਹੜਾ ਕੈਨੇਡੀਅਨ ਬੋਰਨ ਸਿਟੀਜ਼ਨ ਹੈ ਤੇ ਤੁਹਾਡਾ ਕੈਨੇਡਾ 'ਚ ਪੀਆਰ ਦਾ ਕੁਝ ਵੀ ਨਹੀਂ ਬਣਦਾ ਪਿਆ। ਕੀ ਤੁਹਾਡਾ ਬੱਚਾ ਤੁਹਾਨੂੰ ਕੈਨੇਡਾ 'ਚ ਪੱਕਾ ਕਰਵਾ ਸਕਦਾ, ਨਹੀਂ ਕਰਵਾ ਸਕਦਾ, ਕਿਵੇਂ ਕਰਵਾ ਸਕਦਾ, ਉਹ ਤੁਹਾਨੂੰ ਸਾਰਾ ਕੁਝ ਐਕਸਪਲੇਨ ਕਰੂੰਗਾ। ਆਹ ਵੀਡੀਓ ਮੈਂ ਭਾਈ ਬਣਾਉਣੀ ਨਹੀਂ ਸੀ। ਦ ਓਨਲੀ ਰੀਜ਼ਨ ਆਮ ਮੇਕਿੰਗ ਇਟ ਕੋਜ਼ ਇਸ ਟਾਈਮ ਆਹ ਚੀਜ਼ ਨੂੰ ਪ੍ਰਮੋਟ ਐਂ ਕੀਤਾ ਜਾ ਰਿਹਾ ਕਿ ਹਾਂਜੀ ਤੁਸੀਂ ਕੈਨੇਡਾ 'ਚ ਬੱਚਾ ਜਾਮ ਲਓ, ਤੁਹਾਨੂੰ ਪੀਆਰ ਕਰਵਾ ਦੂਗਾ, ਜੋ ਬਿਲਕੁਲ ਸੱਚ ਨਹੀਂ ਹੈ। ਸੋ ਆ ਕਿਹੜੀ ਐਪਲੀਕੇਸ਼ਨ ਦੀ ਗੱਲ ਕਰਦੇ ਆ, ਕੀ ਸੀ ਨਾ ਕੁਝ ਇਮੀਗ੍ਰੇਸ਼ਨ ਏਜੰਟ ਤੁਹਾਨੂੰ ਕੀ ਦੱਸਦੇ ਆ ਕਿ ਕੈਨੇਡਾ ਦੇ ਵਿੱਚ ਬੋਰਨ ਬੱਚਾ ਤੁਹਾਨੂੰ ਕੈਨੇਡਾ ਦੀ ਡਾਇਰੈਕਟ ਪੀਆਰ ਕਰਵਾ ਦੂਗਾ। ਜਾਣਨਾ ਚਾਹੁੰਦੇ ਹੋ ਕਿਵੇਂ? ਸਾਡੇ ਨੰਬਰ 'ਤੇ ਕਾਲ ਕਰੋ। ਤੁਸੀਂ ਨੰਬਰ 'ਤੇ ਕਾਲ ਕਰਦੇ ਹੋ, ਉੱਥੇ ਤੁਹਾਡੀ ਰਿਸੈਪਸ਼ਨਿਸਟ ਕੁੜੀ ਨਾਲ ਗੱਲਬਾਤ ਹੁੰਦੀ ਹੈ। ਹਾਂਜੀ ਸਰ ਨਾਲ ਗੱਲ ਕਰਨੀ ਹੈ, ਹਾਂਜੀ ਗੱਲਬਾਤ ਕਰਨੀ ਹੈ। $100 ਤੋਂ $150 ਪਹਿਲਾਂ ਤੁਹਾਡੇ ਤੋਂ ਮੱਥਾ ਟਿਕਾਉਂਦੇ ਆ, ਟ੍ਰਾਂਸਫਰ ਕਰਵਾਉਂਦੇ ਅਤੇ ਉਦੋਂ ਬਾਅਦ 'ਚ ਤੁਹਾਡੀ ਹਫ਼ਤੇ ਦੇ ਐਂਡ 'ਤੇ ਜਾ ਕੇ ਜਾਂ ਉਦੋਂ ਅਗਲੇ ਹਫ਼ਤੇ ਤੁਹਾਡੀ ਕਾਲ ਸਕੈਜੂਲ ਕਰਦੇ ਤੁਹਾਡੇ ਉਹ ਸਰ ਨਾਲ, ਅਤੇ ਉਹ ਸਰ ਨੇ ਤੁਹਾਨੂੰ ਜੋ ਦੱਸਣਾ $100-150 ਲੈ ਕੇ ਅੱਜ ਤੁਹਾਡਾ ਭਰਾ ਤੁਹਾਨੂੰ ਫ੍ਰੀ 'ਚ ਦੱਸ ਦੂਗਾ ਅਤੇ ਤੁਹਾਡਾ ਮਾਈਂਡ ਤਾਂ ਕਿ ਕਲੀਅਰ ਹੋ ਜੇ ਵੀ ਅਸੀਂ ਆਹ ਐਪਲੀਕੇਸ਼ਨ ਕਰਨੀ ਆ ਕਿ ਨਹੀਂ ਕਰਨੀ। ਸੋ ਇੱਕ ਸਾਈਡ ਸਕਰੀਨ, ਦੂਸਰੇ ਸਾਈਡ ਮੈਂ, ਲੈਟਸ ਗੋ। ਸੋ ਆ ਐਪਲੀਕੇਸ਼ਨ ਦਾ ਨਾਮ ਹੈਗਾ ਹਿਊਮਨਟੇਰੀਅਨ ਐਂਡ ਕੰਪੈਸ਼ਨੇਟ, ਠੀਕ ਹੈ, ਕੰਪੈਸ਼ਨੇਟ ਗਰਾਊਂਡਸ। ਸੋ HNC ਦੀ ਐਪਲੀਕੇਸ਼ਨ ਕਹਿੰਦੇ ਆ। ਸੋ ਇਹਦੇ ਵਿੱਚ ਕੰਸੀਡਰੇਸ਼ਨ ਦੇ ਹੁੰਦੇ ਆ ਕਿ ਕਿਹੜੀ ਐਪਲੀਕੇਸ਼ਨਾਂ ਕੰਸੀਡਰ ਕਰਦੇ ਆ ਇੱਕ ਹਿਸਾਬ ਦੀਆਂ ਤਰਸ ਦੇ ਆਧਾਰ 'ਤੇ PR ਆ ਜਿਹੜੇ ਦਿੰਦੇ ਆ, ਉਹ ਕੋਟਾ ਕਹਿ ਸਕਦੇ ਆ ਇਮੀਗ੍ਰੇਸ਼ਨ ਦਾ। ਅਤੇ ਫਿਰ ਤੁਹਾਨੂੰ ਮੈਂ ਇਹਦੇ ਨੰਬਰ ਵੀ ਦਿਖਾਊਂਗਾ ਸਰਕਾਰ ਨੇ ਕਿੰਨੇ ਨੰਬਰ ਰੱਖੇ ਇਹਨਾਂ ਲਈ। ਸੋ ਆਹ ਐਪਲੀਕੇਸ਼ਨ ਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਤੁਹਾਨੂੰ ਕਹਿਣਗੇ ਇਮੀਗ੍ਰੇਸ਼ਨ ਕਿ ਹਾਂਜੀ ਹਿਊਮਨਟੇਰੀਅਨ ਐਂਡ ਕੰਪੈਸ਼ਨ HNC ਤੁਹਾਡੀ ਐਪਲੀਕੇਸ਼ਨ ਪਾ ਦਾਂਗੇ ਅਤੇ ਤੁਹਾਨੂੰ PR ਮਿਲ ਜੂਗੀ, ਅਤੇ ਸਿਨਾਰੀਓ ਵੀ ਤੁਹਾਨੂੰ ਦੱਸ ਦੇਣਗੇ ਕਿਵੇਂ ਬਣਨੇ ਆ। ਹੁਣ ਜਵਾਕ ਵਾਲਾ ਸੀਨ ਇਹਦੇ ਵਿੱਚ ਕਿਵੇਂ ਬਣਦਾ? ਜਵਾਕ ਵਾਲਾ ਸੀਨ ਇਹਦੇ ਵਿੱਚ ਇੱਕ ਸਪੈਸੀਫਿਕ ਕਾਲਮ ਹੈਗਾ ਜਿਹਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ ਆਪਾਂ ਨੂੰ, ਨਾਟ ਇਨ ਦਿਸ ਵਨ, ਸੌਰੀ ਹੀਅਰ। ਸੋ ਆਹ ਇਹਦੀ ਪੂਰੀ ਗਾਈਡ ਆ, ਹਿਊਮਨਟੇਰੀਅਨ ਕੰਪੈਸ਼ਨੇਟ ਦੀ ਕੰਸੀਡਰੇਸ਼ਨ ਦੀ ਪੂਰੀ ਗਾਈਡ। ਸੋ ਇਹਦੇ ਵਿੱਚ ਇਹਨਾਂ ਨੇ ਆਪਾਂ ਨੂੰ ਦੱਸਿਆ ਹੋਇਆ ਕਿਹੜੇ ਬੰਦੇ ਕੰਸੀਡਰ ਹੁੰਦੇ ਆ। ਸੋ ਆਰ ਯੂ ਇਨਐਡਮਿਸਿਬਲ, ਜਿਹੜੇ ਵੀ ਬੰਦਿਆਂ ਦੇ ਉੱਤੇ ਰਿਮੂਵਲ ਆਰਡਰ ਹੈ ਇਹ ਸਭ, ਉਹ ਸਾਰੇ ਬੰਦੇ ਆ ਚੀਜ਼ ਦੇ ਵੱਲ ਜਾਂਦੇ ਆ, ਠੀਕ ਹੈ। ਸੋ ਆਹ ਕਾਲਮ ਹੁੰਦਾ ਜਿਹੜਾ ਸਾਰੇ ਲੋਕ ਟਾਰਗੇਟ ਕਰਦੇ ਆ, ਬੈਸਟ ਇੰਟਰਸਟ ਆਫ ਚਾਈਲਡ, ਠੀਕ ਹੈ। ਸੋ ਬੈਸਟ ਇੰਟਰਸਟ ਆਫ ਚਾਈਲਡ ਦੇ ਵਿੱਚ ਕੀ ਹੁੰਦਾ ਕਿ ਜੇ ਤੁਹਾਡੀ ਇਮੀਗ੍ਰੇਸ਼ਨ ਐਪਲੀਕੇਸ਼ਨ, ਤੁਹਾਡੇ ਇਮੀਗ੍ਰੇਸ਼ਨ ਸਟੇਟਸ ਨਾਲ ਜਵਾਕ ਦੀ ਜ਼ਿੰਦਗੀ 'ਤੇ ਕੋਈ ਗਹਿਰਾ ਅਸਰ ਪੈ ਰਿਹਾ, ਤਾਂ ਕਰਕੇ ਤੁਹਾਨੂੰ ਭਾਈ ਰਹਿਣ ਦਾ ਮੌਕਾ ਦੇ ਦਿੱਤਾ ਜਾਂਦਾ। ਅਤੇ ਆਹ ਐਪਲੀਕੇਸ਼ਨ ਦੇ ਵਿੱਚ ਸਿਰਫ 10 ਤੋਂ 20% ਅਪਰੂਵਲ ਦੇ ਰੇਟ ਨੇ। ਅਤੇ ਆਹ ਐਪਲੀਕੇਸ਼ਨ ਦੇ ਵਿੱਚ ਕਿਹੜੇ ਭਾਈ ਫੈਕਟਰ ਕੰਸੀਡਰ ਕੀਤੇ ਜਾਂਦੇ ਨੇ। ਸੋ ਜੇ ਤੁਹਾਡੀ ਐਪਲੀਕੇਸ਼ਨ 'ਤੇ ਕੋਈ ਵੀ ਭਾਈ ਡਿਸੀਜਨ ਕਰਕੇ ਜਵਾਕ ਦੀ ਜ਼ਿੰਦਗੀ 'ਤੇ ਅਸਰ ਪੈਂਦਾ, ਫਿਰ ਤੁਹਾਨੂੰ ਭਾਈ ਕੰਸੀਡਰ ਕੀਤਾ ਜਾਂਦਾ। ਅਤੇ ਫੈਕਟਰ ਰਿਲੇਟਡ ਟੂ ਦ ਬੈਸਟ ਇੰਟਰਸਟ ਆਫ ਚਾਈਲਡ ਮੇ ਇਨਕਲੂਡ ਬਟ ਨਾਟ ਲਿਮਟਿਡ ਟੂ। ਸੋ ਇਹਦੇ ਵਿੱਚ ਜਵਾਕ ਦੀ ਉਮਰ, ਠੀਕ ਹੈ, ਕਿ ਹਾਂ ਜਵਾਕ ਦੀ ਪਹਿਲੇ ਭਾਈ 5 ਸਾਲ ਦਾ ਜਵਾਕ ਨੂੰ ਮਾਂ ਦੀ ਲੋੜ ਹੀ ਲੋੜ ਹੁੰਦੀ ਹੈ, ਸੋ ਉਹ ਕੇਸ ਕੰਸੀਡਰ ਕੀਤਾ ਜਾਂਦਾ। ਫਿਰ ਚਾਈਲਡ ਇਸਟੈਬਲਿਸ਼ਮੈਂਟ ਇਨ ਕੈਨੇਡਾ, ਸੋ ਜਵਾਕ ਦੇ ਸਾਰਾ ਹੈ ਨਾ। ਕੰਡੀਸ਼ਨਸ ਇਨ ਦ ਕੰਟਰੀ ਆਫ ਓਰੀਜਨ ਦੈਟ ਕੁਡ ਇੰਪੈਕਟ ਚਾਈਲਡ। ਸੋ ਫੋਰ ਐਗਜ਼ਾਮਪਲ ਇੰਡੀਆ ਦੇ ਵਿੱਚ ਕੋਈ ਜੰਗ ਚੱਲਦੀ ਪਈ, ਕਿਸੇ ਮੁਲਕ ਦੇ ਵਿੱਚ ਜੰਗ ਚੱਲਦੀ ਪਈ, ਉਹ ਚੀਜ਼ ਕੰਸੀਡਰ ਕੀਤੀ ਜਾ ਸਕਦੀ ਆ। ਜਾਂ ਫਿਰ ਜਵਾਕ ਨੂੰ, ਰੱਬ ਨਾ ਕਰੇ ਕਿਸੇ ਦੇ ਜਵਾਕ ਨਾਲ ਆ ਚੀਜ਼ ਹੋਵੇ, ਜੇ ਜਵਾਕ ਨੂੰ ਕੋਈ ਮੈਡੀਕਲ ਕੰਡੀਸ਼ਨ ਹੈਗੀ ਆ, ਫਿਰ ਉਹ HNC ਦੀ ਐਪਲੀਕੇਸ਼ਨ ਪਾ ਦਿੰਦੇ ਕਿ ਹਾਂਜੀ ਇੰਡੀਆ ਦੇ ਵਿੱਚ ਆ ਪਰਟੀਕੂਲਰ ਬਿਮਾਰੀ ਦਾ ਇਲਾਜ ਹੈ ਨਹੀਂ ਗਾ, ਸੋ ਤਾਂ ਕਰਕੇ ਸਾਨੂੰ ਕੈਨੇਡਾ ਦੇ ਵਿੱਚ ਰਹਿਣ ਦਿੱਤਾ ਜਾਵੇ। ਜਾਂ ਜਵਾਕ ਦੀ ਐਜੂਕੇਸ਼ਨ ਦਾ, ਜਾਂ ਜਵਾਕ ਦੇ ਜੈਂਡਰ ਦਾ ਵੀ ਸ਼ਰਮ ਵਾਲੀ ਗੱਲ ਆ ਵੀ ਆਪਣੇ ਲੋਕ ਜਿਹੜਾ ਜਵਾਕ ਨੂੰ ਸਮਝ ਨਹੀਂ ਦੁਨੀਆਦਾਰੀ ਦੀ, ਉਹਨੂੰ ਵੀ ਕਹਿ ਦਿੰਦੇ ਆ ਕਿ ਹਾਂਜੀ ਸਾਡੀ ਮੁੰਡਾ ਜਾਂ ਕੁੜੀ LGBTQ ਨਾਲ ਆ। ਜਾਂ ਫਿਰ ਉਹਨਾਂ ਨੂੰ ਕਹਿ ਦਿੰਦੇ ਆ ਕਿ ਇੰਡੀਆ ਦੇ ਵਿੱਚ ਅਸੈਪਟ ਨਹੀਂ ਕੀਤਾ ਜਾਂਦਾ ਫੀਮੇਲ ਜੈਂਡਰ ਨੂੰ, ਵੀ ਸਾਡੇ ਮਾਰ ਦੇਣਗੇ ਕੁੜੀ ਆ ਇਹ ਵੋ। ਇਟ ਹੈਪਨਸ। ਬਹੁਤ ਸ਼ਰਮ ਵਾਲੀ ਗੱਲ ਆ, ਆਪਣੀ ਕਮਿਊਨਿਟੀ ਇਕੱਲੀ ਨਹੀਂ ਕਰਦੀ। ਸੋ ਆਮ ਨਾਟ ਗੋਨਾ ਬੀ ਜੱਜ ਹੇਅਰ। ਅਤੇ ਇਹਦੇ ਵਿੱਚ ਬੈਸਟ ਇੰਟਰਸਟ ਆਫ ਚਾਈਲਡ ਡੂ ਨਾਟ ਆਊਟਵੇ ਆਲ ਅਦਰ ਫੈਕਟਰਸ ਇਨ ਦ ਕੇਸ। ਦ ਬੈਸਟ ਇੰਟਰਸਟ ਆਫ ਦ ਚਾਈਲਡ ਆਰ ਵਨ ਔਰ ਮੈਨੀ ਫੈਕਟਰਸ ਦੈਟ ਵਿਲ ਬੀ ਕੰਸੀਡਰਡ ਬਾਏ ਦ ਡਿਸੀਜਨ ਮੇਕਰ। ਸੋ ਆਹ ਹੁੰਦਾ ਮੇਨ ਸੀਨ, ਬੈਸਟ ਇੰਟਰਸਟ ਆਫ ਚਾਈਲਡ, ਹਿਊਮਨਟੇਰੀਅਨ ਕੰਪੈਸ਼ਨ ਦੀ ਗਰਾਊਂਡ ਦੀ ਫਾਈਲ ਹੁੰਦੀ ਆ। ਅਤੇ ਇਹਦੇ ਵਿੱਚ ਤੁਹਾਨੂੰ 6 ਤੋਂ 12 ਮਹੀਨੇ 'ਚ PR ਮਿਲ ਜਾਂਦੀ ਹੈ ਜੇ ਤੁਹਾਡੀ ਫਾਈਲ ਅਪਰੂਵ ਹੋ ਜਾਏ, ਐਕਸੈਪਟ ਹੋ ਜਾਏ, ਸਾਰਾ ਕੁਛ ਹੋ ਜਾਏ। ਦਿਸ ਇਜ਼ ਦਾ ਸਾਰਾ ਜੈਕ, ਦਿਸ ਇਜ਼ ਦਾ ਸਾਰਾ ਜੁਗਾੜ ਜਿਹੜਾ ਤੁਹਾਨੂੰ 100-150 ਲੈ ਕੇ ਤੁਹਾਡੇ ਭਾਜੀ ਨੇ, ਤੁਹਾਡੇ ਬਾਈ ਜੀ ਨੇ ਦੱਸਣਾ। ਸੋ ਇਹਦੇ ਵਿੱਚ ਬਾਕੀ ਹੋਰ ਕਿਸ ਤਰ੍ਹਾਂ ਦੀ ਐਪਲੀਕੇਸ਼ਨ ਲੈਂਦੇ ਆ, ਇਹਦੇ ਵਿੱਚ ਕਹਿੰਦੇ ਕਿ ਬਿਫੋਰ ਯੂ ਅਪਲਾਈ ਤੁਸੀਂ ਫੋਰਨ ਨੈਸ਼ਨਲ ਹੋਣੇ ਚਾਹੀਦੇ ਰਹਿੰਦੇ ਕੈਨੇਡਾ ਦੇ ਵਿੱਚ, ਠੀਕ ਹੈ। ਫਿਰ ਹੂ ਮੇ ਨਾਟ ਯੂਜ਼ ਦਿਸ ਐਪਲੀਕੇਸ਼ਨ। ਸੋ ਜੇ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ, PR ਤੁਸੀਂ ਯੂਜ਼ ਨਹੀਂ ਕਰ ਸਕਦੇ ਓਬਵੀਅਸਲੀ, PR ਦਾ ਲੈਣ ਦਾ ਹੋਰ ਮੁੱਦਾ। ਹੈਵ ਨਾਟ ਸਬਮਿਟਡ ਐਨ HNC ਐਪਲੀਕੇਸ਼ਨ ਫੋਰ ਵਿਚ ਡਿਸੀਜਨ ਹੈਜ਼ ਨਾ। ਤੁਸੀਂ ਪਹਿਲਾਂ ਇੱਕ ਐਪਲੀਕੇਸ਼ਨ ਸਬਮਿਟ ਕੀਤੀ ਹੋਵੇ ਜਿਹਦਾ ਡਿਸੀਜਨ ਨਹੀਂ ਆ, ਤੁਸੀਂ ਦੁਬਾਰਾ ਨਹੀਂ ਯੂਜ਼ ਕਰ ਸਕਦੇ। ਅਤੇ ਜੇ ਤੁਹਾਡਾ ਰਿਫਿਊਜੀ ਕਲੇਮ ਨੂੰ ਲੈ ਕੇ ਵੀ ਇਹਨਾਂ ਨੇ ਕਿਹਾ ਹੋਇਆ, ਸੋ ਜੇ ਤੁਹਾਡਾ ਲਾਸਟ 5 ਸਾਲਾਂ ਦੇ ਵਿੱਚ ਯੂ ਮੇ ਨਾਟ ਅਪਲਾਈ, ਓਕੇ। ਸੋ ਆ ਰਿਹਾ ਰਿਫਿਊਜੀ ਵਾਲਾ।
ਸੋ ਜੇ ਤੁਹਾਡਾ ਰਿਫਿਊਜੀ ਕਲੇਮ ਸੀਗਾ ਜਿਹੜਾ ਰਿਜੈਕਟ ਹੋ ਗਿਆ ਜਾਂ ਅਬੈਂਡਨ ਕਰਤਾ IRB ਨੇ ਲਾਸਟ 12 ਮਹੀਨਿਆਂ ਦੇ ਵਿੱਚ, ਫਿਰ ਵੀ ਤੁਸੀਂ ਐਲੀਜੀਬਲ ਨਹੀਂ ਹੋ। ਅਤੇ ਜੇ ਤੁਸੀਂ ਪਿਛਲੇ 12 ਮਹੀਨਿਆਂ ਦੇ ਵਿੱਚ ਲਾਸਟ 12 ਮਹੀਨੇ ਦੇ ਵਿੱਚ ਰਿਫਿਊਜੀ ਕਲੇਮ ਲਾ ਕੇ ਤੁਸੀਂ ਵਿਡਰਾਅ ਕਰ ਲਿਆ ਸੀ, ਸੋ ਫਿਰ ਵੀ ਐਲੀਜੀਬਲ ਨਹੀਂ ਹੋ HNC ਲਈ, ਠੀਕ ਹੈ। ਆਰ ਯੂ ਸੀਕਿੰਗ ਪ੍ਰੋਟੈਕਸ਼ਨ, ਜਿਹੜੇ ਬੰਦੇ ਰਿਫਿਊਜੀ ਲਾਉਂਦੇ ਆ ਜਿਹਨਾਂ ਨੂੰ ਧਰਮ ਜਾਤ ਪਾਤ, ਧਰਮ, ਨੈਸ਼ਨੈਲਿਟੀ, ਪੋਲੀਟੀਕਲ ਓਪੀਨੀਅਨਸ ਜਾਂ ਮੈਂਬਰ ਆਫ ਸੋਸ਼ਲ ਗਰੁੱਪ ਜਾਂ ਡੇਂਜਰ, ਆਹ ਸਾਰੇ ਚੀਜ਼ਾਂ ਵਾਲੇ ਬੰਦੇ ਜਾਂ ਫਿਰ ਜਿਹਨਾਂ ਨੂੰ ਆਪਣੀ ਜ਼ਿੰਦਗੀ ਦਾ ਖਤਰਾ ਹੁੰਦਾ, ਉਹ ਬੰਦੇ ਆ ਚੀਜ਼ 'ਚ ਜਾਂਦੇ ਨੇ, ਠੀਕ ਹੈ। ਤਾਂ ਮੋਸਟਲੀ ਉਹਨਾਂ ਨੂੰ ਰਿਫਿਊਜੀ ਵੱਲ ਭੇਜਿਆ ਜਾਂਦਾ ਕਿ ਹਾਂ ਤੁਸੀਂ ਰਿਫਿਊਜੀ ਜਾਓ, ਤਾਂ ਰਿਫਿਊਜੀ ਵਾਲਾ ਪ੍ਰੋਸੈਸ ਜ਼ਿਆਦਾ ਬੈਟਰ ਆ। ਆਰ ਯੂ ਅੰਡਰ ਏ ਰਿਮੂਵਲ ਆਰਡਰ, so if you are under a removal order, decide to submit an application for PR based on HNC, it will not delay your removal from Canada। so ਜੇ ਤੁਸੀਂ ਰਿਮੂਵਲ ਆਰਡਰ ਦੇ ਅੰਡਰ ਕੈਨੇਡਾ ਦੇ ਕਹਿੰਦਾ ਤੁਹਾਨੂੰ ਭਾਈ ਚੱਕ ਕੇ ਬਾਹਰ ਮਾਰਨਾ, ਅਤੇ ਆਹ ਐਪਲੀਕੇਸ਼ਨ ਦੇ ਵਿੱਚ ਜਿਹੜੀ ਤੁਸੀਂ PR ਲਗਾਓਗੇ ਉਹ ਤੁਹਾਡੀ ਰਿਮੂਵਲ ਦੇ ਪ੍ਰੋਸੈਸ ਨੂੰ ਡਿਲੇ ਨਹੀਂ ਕਰੂਗੀ। ਸੋ ਯੂ ਮਸਟ ਲੀਵ ਔਨ ਅ ਸਪੈਸੀਫਿਕ ਰਿਮੂਵਲ ਡੇਟ, we will continue to process your application and we will notify you the decision in writing। ਸੋ ਜੇ ਮੰਨ ਲਓ ਤੁਹਾਨੂੰ ਕੈਨੇਡਾ ਦੇ ਰਿਮੂਵਲ ਆਰਡਰ ਦੇਤੇ ਆ, ਤੁਸੀਂ HNC ਦੀ ਐਪਲੀਕੇਸ਼ਨ ਪਾ ਦਿੰਦੇ ਹੋ, ਬਟ ਤੁਹਾਨੂੰ ਜਿਹੜੀ ਰਿਮੂਵਲ ਡੇਟ ਮਿਲੀ ਤੁਹਾਨੂੰ ਕੈਨੇਡਾ ਛੱਡ ਕੇ ਜਾਣਾ ਪੈਣਾ, ਅਤੇ ਜਿਹੜਾ ਡਿਸੀਜਨ ਆਊਗਾ ਤੁਹਾਨੂੰ ਦੇ ਦੇਣਗੇ ਆਹ, ਠੀਕ ਹੈ। ਸੋ HNC ਕੰਪੈਸ਼ਨੇਟ ਗਰਾਊਂਡਸ ਇਹਦੇ ਜਿਹਨਾਂ ਨੇ ਦੱਸਿਆ ਆਪਾਂ ਨੂੰ, ਫਿਰ ਐਗਜ਼ੈਂਪਸ਼ਨ ਦੱਸੀਆਂ ਹੋਈਆਂ, ਰਿਸਪੋਂਸੀਬਿਲਿਟੀ ਫੈਕਟਰ ਮੇ ਕੰਸੀਡਰ ਬੈਸਟ ਇੰਟਰਸਟ ਆਫ ਚਾਈਲਡ, ਸਪਾਊਸ, ਸਪੋਂਸਰਸ਼ਿਪ ਅੰਡਰਟੇਕਿੰਗ, ਕਿਊਬਿਕ। ਸੋ ਆਹ ਸਾਰੀਆਂ ਚੀਜ਼ਾਂ ਨੇ, ਬਟ ਜਿਹੜੇ ਤੁਹਾਨੂੰ ਕਹਿ ਰਹੇ ਕਿ ਜਵਾਕਾਂ ਦੇ ਸਿਰ 'ਤੇ ਤੁਹਾਨੂੰ PR ਮਿਲ ਸਕਦੀ ਆ, ਸੋ ਓਨਲੀ ਦਿਸ ਇਜ਼ ਦਾ ਥਿੰਗ, ਕਿਤੇ ਆ ਬੈਸਟ ਇੰਟਰਸਟ ਆਫ ਚਾਈਲਡ, ਦਿਸ ਵਨ। ਹੁਣ ਇਹਨੂੰ ਲੈ ਕੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਕਈ ਲੋਕੀ ਜਾਂ ਮੋਸਟਲੀ ਇਮੀਗ੍ਰੇਸ਼ਨ ਏਜੰਟ ਜਿਹੜੇ ਰਿਫਿਊਜੀ ਦੇ ਕੇਸ ਕਰਦੇ ਉਹੀ ਐਪਲੀਕੇਸ਼ਨ ਉਹਨਾਂ ਹੱਥ ਪਾਉਂਦੇ ਆ। ਤੁਹਾਨੂੰ ਜੇ ਇਹਦਾ ਸਟੈਪ ਬਾਏ ਸਟੈਪ ਪ੍ਰੋਸੈਸ ਚਾਹੀਦਾ ਤੁਹਾਨੂੰ ਉਹ ਵੀ ਮੈਂ ਬਣਾ ਕੇ ਦੇ ਦੂੰਗਾ, ਕੋਈ ਦਿੱਕਤ ਨਹੀਂ ਹੈਗਾ। ਪਰ ਇੱਕ ਚੀਜ਼ ਤੁਹਾਨੂੰ ਕਹਿਣੀ ਚਾਹੁੰਦਾ ਵੀ ਮੋਸਟਲੀ ਇਮੀਗ੍ਰੇਸ਼ਨ ਜਿਨ੍ਹਾਂ ਦੇ ਕੋਲ ਤੁਸੀਂ ਜਾਓਗੇ ਉਹਨਾਂ ਨੂੰ ਤੁਹਾਨੂੰ ਇੱਕੋ ਚੀਜ਼ ਕਹਿਣੀ ਆ ਕਿ ਜੋ ਜਿਹੜੀ ਕਹਾਣੀ ਉਹ ਤੁਹਾਨੂੰ ਵੇਚਣਗੇ ਕਿ ਹਾਂ ਕਹਾਣੀ ਸੌਖੇ ਤਰੀਕੇ ਨਾਲ ਲੰਘ ਜੂਗੀ। ਕੁਝ ਆਪਣੇ ਲੋਕ ਕੀ ਕਹਿੰਦਾ ਕਿ ਹਾਂਜੀ ਭਾਜੀ ਜਿਵੇਂ ਤੁਹਾਨੂੰ ਸਹੀ ਲੱਗੇ ਤੁਸੀਂ ਕਰ ਦਿਓ ਭਾਜੀ, ਹੈ ਨਾ। ਸੋ ਉਹਦੇ ਵਿੱਚ ਕੀ ਹੁੰਦਾ ਕਿ ਜੇ ਤੁਸੀਂ ਪਿੱਛੇ ਆਪਦੇ ਜਵਾਕ ਨੂੰ ਇੰਡੀਆ 'ਚ ਖਤਰਾ ਦਿਖਾਉਣਾ, ਜੈਂਡਰ ਦਾ ਦਿਖਾਉਣਾ, ਜਾਂ ਫਿਰ ਦਿਖਾਉਣਾ ਕਿ ਜਵਾਕ ਦੀ ਮੈਡੀਕਲ ਕੰਡੀਸ਼ਨ ਜੋ ਲੈਦਾ ਟੌਪਿਕ ਆ ਵੀ ਕੁਛ ਵੀ ਦਿਖਾਉਣਾ ਖਤਰੇ ਵਾਲਾ ਸੀਨ, ਜਾਂ ਦਿਖਾਉਣਾ ਕਿ ਭਾਈ ਕੁੜੀ ਆ ਮੁੰਡਾ ਲੱਲਾ ਭੱਬ ਜੋ ਵੀ ਹੈ ਨਾ, ਉਹ ਸੀਨ ਦੇ ਵਿੱਚ ਜੇ ਤੁਸੀਂ ਜਵਾਕ ਦੇ ਜੰਮਣ ਤੋਂ ਬਾਅਦ ਮੈਂ ਉਹਨੂੰ ਇੰਡੀਆ ਲੈ ਕੇ ਗਏ ਲੋਹੜੀ 'ਤੇ, ਦੀਵਾਲੀ 'ਤੇ, ਜਨਮ ਦਿਨ 'ਤੇ, ਕਿਸੇ ਵੀ ਤਰ੍ਹਾਂ ਦੇ ਦਿਨ ਤਿਉਹਾਰ ਦੇ ਉੱਤੇ ਜਾਂ ਵਿਆਹ ਸ਼ਾਦੀ ਦੇ ਉੱਤੇ, ਤਾਂ ਉਹ ਚੀਜ਼ਾਂ ਵੀ ਤੁਹਾਡੀ ਟਰੈਵਲ ਹਿਸਟਰੀ ਕੰਸੀਡਰ ਕੀਤੀ ਜਾਊਗੀ। ਅਤੇ ਇੱਕ ਚੀਜ਼ ਮੇਕ ਸ਼ੋਰ ਕਰੋ ਆਹ ਐਪਲੀਕੇਸ਼ਨ ਦੇ ਵਿੱਚ ਸਿਰਫ 10 ਤੋਂ 20% ਅਪਰੂਵਲ ਰੇਟ ਹੈ। ਸੋ ਨੋਟ ਐਵਰੀਬਡੀ ਗੈਟਸ ਅਪਰੂਵਡ। ਜਿਹੜੇ ਵੀ ਅਪਰੂਵ ਹੁੰਦੇ 6 ਤੋਂ 12 ਮਹੀਨੇ 'ਚ PR ਮਿਲ ਜਾਂਦੀ, ਦੈਟਸ ਫੋਰ ਸ਼ੋਰ, ਬਟ ਨੋਟ ਐਵਰੀਬਡੀ ਗੈਟਸ ਅਪਰੂਵਲ। ਹੁਣ ਆਪਾਂ ਗੱਲ ਕਰੀਏ ਟ੍ਰਾਂਜ਼ਿਸ਼ਨਿੰਗ ਟੂ PR। ਆ ਕੋਈ ਹੋਰ ਪ੍ਰੋਗਰਾਮ ਦੇਖ ਰਿਹਾ ਸੀ ਪਹਿਲਾਂ ਮੈਂ, ਯਸ 10 ਅਕਤੂਬਰ 2022, ਓਕੇ। ਕੈਨੇਡਾ ਇਮੀਗ੍ਰੇਸ਼ਨ ਲੈਵਲ ਪਲਾਨ ਆ ਰਿਹਾ, ਜਿਹੜਾ ਸਰਕਾਰ ਨੇ ਆਪਣਾ ਡਾਟਾ ਦਿੱਤਾ ਸੀ ਨਾ 2025-27, ਉਹਦੇ ਵਿੱਚ ਲਿਖਿਆ ਹੋਇਆ, ਇਹਦੇ ਲਈ ਸਪੈਸੀਫਿਕ ਕਾਲਮ ਬਣਿਆ ਹੋਇਆ, ਨੋਟ ਦਿਸ ਵਨ, ਪਹਿਲੇ ਵਾਲੇ ਲਿੰਕ 'ਚ, ਯਸ। ਸੋ ਆ ਰਿਹਾ ਜਿਹੜਾ ਸਰਕਾਰ ਨੇ ਡਾਟਾ ਦਿੱਤਾ ਅਕਤੂਬਰ 2024 ਨੂੰ, ਇਹਦੇ ਵਿੱਚ ਸਾਰੇ ਨੰਬਰ ਦਿੱਤੇ ਹੋਏ ਆ। ਸੋ ਰਿਫਿਊਜੀ ਆ ਰਿਹਾ। ਸੋ HNC ਦੇ ਵਿੱਚ ਸਰਕਾਰ ਨੇ ਸਿਰਫ 2025 ਦੇ ਵਿੱਚ 10,000 ਬੰਦਾ ਪੱਕਾ ਕਰਨਾ, ਠੀਕ ਆ। ਅਗਲੇ ਸਾਲ ਬੰਦਾ ਪੱਕਾ ਕਰਨਾ ਸਿਰਫ 6900, 2027 ਦੇ ਵਿੱਚ ਬੰਦਾ ਪੱਕਾ ਕਰਨਾ ਸਿਰਫ 4300। ਸੋ ਮੈਂ ਆਹ ਨੰਬਰ ਤੁਹਾਨੂੰ ਤਾਂ ਦਿਖਾ ਰਿਹਾ, ਆ PR ਦੇ ਨੰਬਰ ਨੇ, ਸਰਕਾਰ ਦਾ ਅਫੀਸ਼ੀਅਲ ਡਾਟਾ ਵਾ। ਸੋ ਟੋਟਲ ਸਰਕਾਰ ਨੇ 3,95,000 ਬੰਦਾ ਪੱਕਾ ਕਰਨਾ। ਸੋ ਐਂ ਨਾ ਸਮਝ ਲਿਓ ਕਿ ਭਾਈ ਬੱਚੇ ਜੰਮੀ ਚੱਲਾਂਗੇ ਤਾਂ ਅਨਲਿਮਿਟਿਡ ਕੋਟਾ, ਦਿਸ ਇਜ਼ ਨਾਟ ਅਨਲਿਮਿਟਿਡ ਕੋਟਾ ਸੀਨ, ਠੀਕ ਹੈ ਜੀ, ਠੀਕ ਹੈ। ਜਸਟ ਟੂ ਬੀ ਕਲੀਅਰ, ਜਸਟ ਟੂ ਬੀ ਔਨ ਦ ਸੇਮ ਪੇਜ, ਮੇਰਾ ਗੋਲ ਆ ਕਿ ਮੈਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦਾਂ, ਸਾਰਾ ਸਿਰ ਪੈਰ ਦੱਸਦਾ, ਤਾਂ ਕਿ ਤੁਸੀਂ ਆਪਦੇ ਆਪ ਨੂੰ ਕਿਸੇ ਚੀਜ਼ 'ਚ ਫਸਾ ਨਾ ਲਵੋ, ਜਾਂ ਤੁਸੀਂ ਆਪਦੇ ਜਿਹੜੇ ਤੁਹਾਡੇ ਰਾਹ ਬਣਦੇ ਪਏ ਉਹਨਾਂ ਨੂੰ ਛੱਡ ਕੇ ਤੁਸੀਂ ਬਸ ਇੱਕ ਸਕੀਮ ਵੱਲ ਭੱਜੋ। ਆਲਰੇਡੀ ਕੈਨੇਡਾ ਦੇ ਵਿੱਚ 12,62,801 ਵਰਕ ਪਰਮਿਟ ਮੁੱਕਦਾ ਪਿਆ, ਠੀਕ ਹੈ। 12,62,801 ਵਰਕ ਪਰਮਿਟ 2025 ਦੇ ਵਿੱਚ ਮੁੱਕਦਾ ਪਿਆ। ਹੁਣ ਜੇ ਉਹਦੇ ਵਿੱਚੋਂ ਲੱਖ ਬੰਦਾ ਹੀ ਲਾ ਲਈਏ ਜਿਨ੍ਹਾਂ ਦੇ ਕੋਲ ਬੇਬੀ ਆ, ਜਿਨ੍ਹਾਂ ਨੇ ਬੇਬੀ ਪਲਾਨ ਕੀਤਾ ਜਾਂ ਮੈਟਰਨਿਟੀ ਲੀਵ 'ਤੇ ਜਾਣ ਵਾਲੇ, ਹੁਣੇ ਡਿਲੀਵਰੀ ਹੋਈ ਆ,
ਸਟਿਲ ਵਿੱਚੋਂ ਜੇ 50,000 ਬੰਦੇ ਵੀ ਕੰਸੀਡਰ ਕਰ ਲਏ ਜਿਨ੍ਹਾਂ ਦੇ ਕੋਲ ਬੇਬੀ ਇਸ ਟਾਈਮ ਗੋਦੀ ਦੇ ਵਿੱਚ ਆ, 10,000 ਵਾਲਾ ਕੋਟਾ ਸਾਰਿਆਂ ਨੂੰ ਸੈਟੀਸਫਾਈ ਨਹੀਂ ਕਰ ਸਕਦਾ ਜਿਹੜਾ 2025 ਦਾ ਕੋਟਾ, ਤੇ ਇਹਦੇ ਵਿੱਚੋਂ ਕਿੰਨਾ ਕੋਟਾ ਆਲਰੇਡੀ ਯੂਜ਼ ਹੋ ਚੁੱਕਾ। ਸੋ ਅਗਲੇ ਸਾਲ ਦਾ ਕੋਟਾ ਸਿਰਫ 6900 ਰਹਿ ਜਾਣਾ, ਫਿਰ 2027 ਦੇ ਵਿੱਚ 4300 ਰਹਿ ਜਾਣਾ। ਸੋ ਜਿਹੜੇ ਵੀ ਲੋਕੀ ਪਲਾਨ ਕਰਦੇ ਪਏ ਨੇ HNC ਦੇ ਵਿੱਚ, ਜਿਹੜੇ ਵੀ ਤੁਹਾਨੂੰ ਸਕੀਮਾਂ ਵੇਚੀ ਜਾਂਦੇ ਨੇ, ਮੇਕ ਸ਼ੋਰ ਕਰੋ ਪਲੀਜ਼ ਆਪਾਂ ਸਾਰੇ ਸਿਰ ਪੈਰ ਦੇਖ ਲਈਏ ਫਿਰ ਆਪਾਂ ਕੋਈ ਫੈਸਲਾ ਲਈਏ। ਕਾਹਲੀ ਦੇ ਵਿੱਚ ਕੋਈ ਵੀ ਫੈਸਲਾ ਨਾ ਲਓ। ਆਹੀ ਮੇਰੀ ਉਮੀਦ ਆ, ਆਹੀ ਮੇਰੀ ਬੇਨਤੀ ਆ, ਅਤੇ ਆਹੀ ਮੈਂ ਤੁਹਾਡੇ ਤੋਂ ਉਮੀਦ ਕਰਦਾ ਤੁਸੀਂ ਵਧੀਆ ਸਟੈਪ ਲਓਗੇ। ਬਿਕੋਜ਼ ਮੇਰਾ ਗੋਲ ਆ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਨਾ, ਅੱਗੇ ਐਕਸ਼ਨ ਤੁਸੀਂ ਲੈਣਾ। ਬਿਕੋਜ਼ ਬਹੁਤ ਲੋਕ ਤੁਹਾਨੂੰ ਸਕੀਮਾਂ ਕਹੀ ਜਾਂਦੇ ਆ, ਇੰਸਟਾਗ੍ਰਾਮ 'ਤੇ ਐਡਾਂ ਚੱਲਦੀਆਂ ਪਈਆਂ ਕਿ ਹਾਂਜੀ ਤੁਹਾਡੇ ਕੈਨੇਡਾ ਦੇ ਵਿੱਚ ਬੇਬੀ ਹੈਗਾ, ਕੈਨੇਡੀਅਨ ਬੋਰਨ ਬੇਬੀ ਸਿਰ 'ਤੇ PR ਤੁਹਾਨੂੰ ਦਵਾ ਦਾਂਗੇ, ਆਹ ਨੰਬਰ 'ਤੇ ਕੰਟੈਕਟ ਕਰੋ। ਕਿੰਨੀ ਗੁੱਡ ਸਾਊਂਡ ਕਰਦੀ ਆ ਚੀਜ਼, ਬੰਦੇ ਮਿੰਟ 'ਚ ਕਾਲ ਕਰਦੇ ਕਿ ਹਾਂ ਸਾਡੇ ਬੇਬੀ ਹੋਇਆ ਵਾ, ਅਸੀਂ ਉਹਨੂੰ ਇੰਡੀਆ ਵੀ ਨਹੀਂ ਲੈ ਕੇ ਗਏ ਹੈਗੇ। ਬਟ ਸਰਕਾਰ ਦਾ ਕੋਟਾ ਸਿਰਫ 10,000 ਦਾ, ਸਰਕਾਰ ਉਹ ਕੋਟਾ ਨਹੀਂ ਵਧਾ ਰਹੀ। ਕਲੀਅਰ ਆ। ਅਗਲੇ ਸਾਲ ਕੋਟਾ 69 ਰਹਿ ਜਾਣਾ, ਉਦੋਂ ਬਾਅਦ 'ਚ 4300 ਰਹਿ ਜਾਣਾ। ਟੇਕ ਯੋਰ ਟਾਈਮ, ਮੇਕ ਯੋਰ ਮਾਈਂਡ ਐਂਡ ਦੈਨ ਟੇਕ ਦ ਨੈਕਸਟ ਸਟੈਪ, ਡੋਂਟ ਰਸ਼ ਪਲੀਜ਼। ਆਹੀ ਬੇਨਤੀ ਸੀ ਮੇਰੀ। ਸੋ ਜਿਹੜੇ ਵੀ ਕਹਿੰਦੇ ਆ ਜਵਾਕ ਦੇ ਸਿਰ 'ਤੇ PR HNC ਦੀ ਫਾਈਲ ਹੁੰਦੀ ਆ, ਬੈਸਟ ਇੰਟਰਸਟ ਆਫ ਚਾਈਲਡ ਵਾਲਾ ਕੰਸੀਡਰੇਸ਼ਨ ਮੰਨੀ ਜਾਂਦੀ ਆ। ਅਤੇ ਫਿਰ ਹੁਣ ਮੈਂ ਆਹ ਵੀਡੀਓ 'ਚ ਤੁਹਾਨੂੰ ਸਕੀਮ ਦੱਸਤੀ, ਤੁਹਾਨੂੰ ਮੈਂ ਸਕੀਮ ਵਾਲਾ ਪ੍ਰੋਗਰਾਮ ਦੱਸਤਾ, ਤੁਹਾਨੂੰ ਮੈਂ ਤਾਂ ਦੱਸਤਾ ਕਿਵੇਂ ਕੰਸੀਡਰੇਸ਼ਨ ਹੁੰਦੀ, ਕਿਹੜੇ ਕਾਰਨਾਂ ਕਰਕੇ ਤੁਸੀਂ ਫਾਈਲ ਲਗਾ ਸਕਦੇ ਹੋ। ਤੁਹਾਨੂੰ ਮੈਂ ਉਹ ਫਾਈਲ ਦਾ ਕੋਟਾ ਦੱਸਤਾ 2025, 26, 27 ਦਾ। ਠੀਕ ਆ। ਨੈਕਸਟ ਤੁਹਾਡਾ ਫੈਸਲਾ। ਸੋ ਟੇਕ ਯੋਰ ਟਾਈਮ, ਮੇਕ ਯੋਰ ਮਾਈਂਡ, ਡੋਂਟ ਰਸ਼, ਆਰਾਮ ਨਾਲ ਫੈਸਲਾ ਲਓ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਤੁਹਾਨੂੰ PR ਦਾ ਰਸਤਾ ਦਿਖਾਵੇ, ਕੋਈ ਵੀ ਬੰਦਾ ਕੱਚਾ ਨਾ ਮੁੜੇ। ਮੇਰੀ ਆਈ ਸੱਚੇ ਪਾਤਸ਼ਾਹ ਪਰਮਾਤਮਾ ਨੂੰ ਅਰਦਾਸ ਆ। ਪਰ ਜਦੋਂ ਮੈਂ ਕੋਈ ਸਕੀਮ ਦੇਖਦਾ ਤਾਂ ਮੈਨੂੰ ਪਤਾ ਲੱਗ ਰਿਹਾ ਕਿ ਲੋਕਾਂ ਨੂੰ ਮਿਸਲੀਡ ਕੀਤਾ ਜਾ ਰਿਹਾ, ਲੋਕਾਂ ਨੂੰ ਸਿਰਫ ਕੈਸ਼ ਆਊਟ ਕੀਤਾ ਜਾ ਰਿਹਾ ਕਿ ਹਾਂਜੀ ਅਪਾਇੰਟਮੈਂਟਾਂ ਵੇਚੀਆਂ ਜਾ ਰਹੀਆਂ ਕੁਝ। ਦੈਟਸ ਦਾ ਹੋਲ ਗੋਲ ਆਫ ਦਿਸ ਵੀਡੀਓ। ਕਿਸੇ ਨੂੰ ਮੈਂ ਹਾਰਮ ਨਹੀਂ ਕਰਨਾ ਚਾਹੁੰਦਾ, ਕਿਸੇ ਨੂੰ ਮੈਂ ਗਲਤ ਰਾਹ ਨਹੀਂ ਪਾਉਣਾ ਚਾਹੁੰਦਾ। ਮਾਈ ਰਿਸਪੋਂਸੀਬਿਲਿਟੀ ਇਜ਼ ਟੂ ਕਲੀਅਰ। ਪਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ। ਤਾਂ ਅੱਜ ਆਪਾਂ ਨੂੰ ਕਿਸੇ ਭਰਾ ਨੇ ਹੁਡੀ ਭੇਜੀ ਸੀ, ਉਹਨਾਂ ਦਾ ਬ੍ਰਾਂਡ ਹੈ ਇੱਥੇ ਹੁੰਦਾਸ ਕਲੈਕਸ਼ਨ ਦੀ। ਸੋ ਮੈਨੂੰ ਬੜੀ ਸੋਹਣੀ ਲੱਗੀ। ਮੰਮੀ ਨੂੰ ਭੇਜਿਆ, ਮੰਮੀ ਕਹਿੰਦੇ ਪਿਆਰਾ ਲੱਗ ਰਿਹਾ ਤੂੰ, ਨਾਈਸ। ਸੋ ਜੇ ਕਿਸੇ ਨੂੰ ਹੋਰ ਕੋਈ ਸਵਾਲ ਹੋਇਆ, ਕੁਐਸਚਨ ਹੋਇਆ ਕਿਸੇ ਵੀ ਐਪਲੀਕੇਸ਼ਨ ਨੂੰ ਲੈ ਕੇ, ਕਿਸੇ ਵੀ ਚੀਜ਼ ਨੂੰ ਲੈ ਕੇ, ਪਲੀਜ਼ ਕਮੈਂਟ ਕਰ ਦਿਆ ਕਰੋ। ਐਂਡ ਆਈ ਟਰਾਈ ਮਾਈ ਬੈਸਟ ਟੂ ਕਵਰ ਆਲ ਦ ਟੋਪਿਕਸ। ਠੀਕ ਹੈ। ਚੜ੍ਹਦੀ ਕਲਾ 'ਚ ਰਹੋ। ਇਹਦੇ ਦੇਖਦੇ ਰਹੋ ਸਪੈਡੀ ਬੂਥੀ ਨੂੰ।